Let's start with task 1. आज ਆਪਾਂ pie chart करने हैं. The three pie charts below show the changes in annual spending by a particular UK school in 1981, 91, 2001. थल्ले ਆਪਾਂ ਨੂੰ ਕੀ ਮਿਲਦਾ ਤਿੰਨ ਪਾਈ ਚਾਰਟ ਹੈਗੇ ਆ ਪਾਈ ਚਾਰਟ ਦੇ ਕੀ ਲਿਖਿਆ ਹੋਇਆ ਟੋਟਲ ਸਕੂਲ ਸਪੈਂਡਿੰਗ ਉਦੋਂ ਬਾਅਦ ਤਿੰਨਾਂ ਦੇ ਵਿੱਚ ਈਅਰ ਦਿੱਤੇ ਹੋਏ ਆ ਕੁਝ ਐਸਪੈਕਟਸ ਹੈਗੇ ਕੁਝ ਚੀਜ਼ਾਂ ਹੈਗੀਆਂ ਜਿਨ੍ਹਾਂ ਉੱਤੇ ਖਰਚਾ ਕੀਤਾ ਗਿਆ ਜੋ ਕਿਹੜੇ ਕਿਹੜੇ ਹੈਗੇ ਟੀਚਰਸ ਨੂੰ ਦਿੱਤੀਆਂ ਗਈਆਂ ਸੈਲਰੀਜ਼ ਫਰਨੀਚਰ ਤੇ ਇਕਵਿਪਮੈਂਟ ਰਿਸੋਰਸਸ ਜਿਵੇਂ ਕਿ ਬੁੱਕਸ ਅਦਰ ਵਰਕਰ ਸੈਲਰੀ ਤੇ ਇੰਸ਼ੋਰੈਂਸ ਠੀਕ ਹੈ ਅੱਜ ਪੰਜ ਤਰ੍ਹਾਂ ਦੇ ਇੱਥੇ ਐਕਸਪੈਂਸਸ ਹੈਗੇ ਆ ਜਿਨ੍ਹਾਂ ਦੇ ਉੱਤੇ ਯੂਕੇ ਦੇ ਕਿਸੇ ਇੱਕ ਸਕੂਲ ਨੇ 3 ਸਾਲਾਂ ਦੇ ਵਿੱਚ ਖਰਚਾ ਕੀਤਾ ਸੀਗਾ ਜੋ ਕਿ ਪਰਸੈਂਟੇजेस ਬਦਲ ਰਹੀਆਂ ਹੈਗੀਆਂ ਠੀਕ ਹੈ ਸੋ ਇੰਟਰੋਡਕਸ਼ਨ ਦੇ ਵਿੱਚ ਦ ਪਾਈ ਚਾਰਟਸ ਡਿਸਕ੍ਰਾਈਬ ਇਹਦੋਂ ਬਾਅਦ ਕੀ ਲਿਖਾਂਗੇ ਦ ਪਾਈ ਚਾਰਟਸ ਡਿਸਕ੍ਰਾਈਬ ਵਾਟ ਵੈਨ ਵੇਅਰ ਵਾਟ ਦੇ ਵਿੱਚ ਕੀ ਆਊਗਾ ਸਭ ਤੋਂ ਪਹਿਲਾਂ ਈਅਰ ਬਦਲ ਰਿਹਾ ਈਅਰ ਬਦਲਣ ਦੇ ਲਈ ਆਪਾਂ ਕਿਹੜਾ ਵਰਡ ਯੂਜ਼ ਕਰਦੇ ਹਾਂ ਚੇਂजेस ठीक है the pie charts describe the changes in the expenses incurred on various aspects aspects ਦਾ ਮਤਲਬ ਅਲੱਗ-ਅਲੱਗ ਹਿੱਸਿਆਂ ਦੇ ਉੱਤੇ ਅਲੱਗ-ਅਲੱਗ ਚੀਜ਼ਾਂ ਦੇ ਉੱਤੇ by a school in UK in 1981 1991 and 2001 ਆਪਣੀ ਇੰਟਰੋਡਕਸ਼ਨ ਕੰਪਲੀਟ ਹੋ ਜਾਊਗੀ ਇੱਥੇ ਐਨੂਅਲ ਵਰਡ ਦਾ ਵੀ ਆਪਾਂ ਇਸ ਤਰੀਕੇ ਤੋਂ ਇੰਟਰੋਡਕਸ਼ਨ ਕਰ ਸਕਦੇ ਹਾਂ ਤੇ 3 ਹੁਣ ਆਪਦੀ ਸਕਰੀਨ ਦੇ ਉੱਤੇ ਰੀਡ ਕਰੋ the three pie charts compare the expenditure of a school in the UK in 3 different years 1981 1991 and 2001 ਠੀਕ ਹੈ ਇੱਥੇ ਆਪਣੀ ਇੰਟਰੋਡਕਸ਼ਨ ਕੰਪਲੀਟ ਹੋ ਜਾਣਗੇ ਬ੍ਰੈਕਟ ਦੇ ਵਿੱਚ ਆਪਾਂ ਦੱਸਦੇ ਠੀਕ ਹੈ ਆਪਾਂ ਬ੍ਰੈਕਟ ਨਹੀਂ ਲਗਾਉਂਦੇ ਤਾਂ 3 ਡਿਫਰੈਂਟ ਇਅਰਸ ਤੇ ਵੀ ਖਤਮ ਕਰ ਸਕਦੇ ਸੀ ਜ਼ਿਆਦਾ ਕਲੈਰਿਟੀ ਦੇ ਲਈ ਆਪਾਂ ਬ੍ਰੈਕਟ ਦੇ ਵਿੱਚ ਦੱਸਦੇ ਅਗਰ ਬ੍ਰੈਕਟ ਨਹੀਂ ਲਗਾਣੀ ਸੀ ਫਿਰ ਕੀ ਕਰਦੇ in 3 different years which are ਜੋ ਕਿ ਇਹ ਹੈਗੇ ਠੀਕ ਹੈ ਹੁਣ ਨੈਕਸਟ ਅੱਗੇ ਵਧਦੇ ਆਪਾਂ ਆਪਣਾ ਕੁਐਸਚਨ ਹੈਗਾ ਇਸ ਦਾ ਇਹਨੂੰ ਆਪਾਂ ਥੋੜਾ ਐਨਾਲਾਈਜ਼ ਕਰ ਲਈਏ ਕਿ ਇਹਦੇ ਵਿੱਚ ਓਵਰਆਲ ਕੀ ਹੋਊਗਾ ਇਹਨੂੰ ਇੱਕ ਵਾਰ ਐਨਾਲਾਈਜ਼ ਕਰੋ ਯੂ ਹੈਵ 1 ਮਿੰਟ ਐਂਡ ਉਸ ਤੋਂ ਬਾਅਦ ਦੱਸੋ ਕਿ ਆਪਣਾ ਓਵਰਆਲ ਹਾਈਲਾਈਟਿੰਗ ਫੀਚਰ ਕੀ ਹੋ ਸਕਦਾ ਹੈ ਬਹੁਤ ਈਜ਼ੀ ਹੈ ਇਹਦੇ ਵਿੱਚ ਆਈ ਥਿੰਕ ਬਹੁਤ ਜ਼ਿਆਦਾ ਕਲੀਅਰ ਦਿੱਤਾ ਹੋਇਆ ਹੈ ਕਿ ਆਹ ਹਾਈਲਾਈਟਿੰਗ ਫੀਚਰ ਹੈ ਸਰ ਇੰਸ਼ੋਰੈਂਸ ਚ ਲੋਐਸਟ ਆ ਸਾਰਿਆਂ ਨਾਲੋਂ ਤੇ ਟੀਚਰ ਸੈਲਰੀਜ਼ ਚ ਵੀ ਮਤਲਬ ਪਰਸੈਂਟੇਜ ਹਾਈਐਸਟ ਆ ਤਿੰਨਾਂ ਇਅਰਸ ਚ ਸਰ ਸੋ ਆਪਾਂ ਬੇਸਿਕਲੀ ਕੀ ਲਿਖ ਦਾਂਗੇ ਓਵਰਆਲ ਇਟ ਇਜ਼ ਕਲੀਅਰ that the maximum part of expenditure by the school in UK went on salaries given to teachers in all the given years ठीक है फिर फुल स्टॉप भी लगा सकते हैं तो however भी लगा सकते हैं ठीक है however लग गया तो कॉमा लग चुका या फुल स्टॉप लगा के इन कंट्रास्ट भी लगा सकते हैं इन कंट्रास्ट the minimum was on insurance ठीक है इन्होंने लिखना किवें है आ देखो overall it is clear that teacher salary made up the largest proportion of school spending आ चीज बिल्कुल क्लियर है कि मैक्सिमम ਜਿਹੜਾ ਸੀਗਾ ਲਾਰਜੈਸਟ ਪ੍ਰੋਪੋਰਸ਼ਨ ਸੀਗਾ ਉਹ ਕਿਸ ਤੇ ਗਿਆ ਟੀਚਰ ਦੀ ਸੈਲਰੀਜ਼ ਦੇ ਉੱਤੇ ਜਿਹੜੀ ਸਕੂਲ ਦੀ ਸਪੈਂਡਿੰਗ ਸੀਗੀ ਓਵਰ ਦ ਗਿਵਨ ਪੀਰੀਅਡ ਦੈਟ ਮੀਨਸ ਹਰ ਇੱਕ ਸਾਲ ਦੇ ਵਿੱਚ ਬਾਈ ਕੰਟਰਾਸਟ ਇੰਸ਼ੋਰੈਂਸ ਵਾਸ ਦ ਸਮਾਲੈਸਟ ਕਾਸਟ ਠੀਕ ਹੈ ਸਭ ਤੋਂ ਛੋਟੀ ਕਾਸਟ ਸੀਗੀ ਹਰ ਇੱਕ ਸਾਲ ਵਿੱਚ ਬੜਾ ਹੀ ਕਲੀਅਰਲੀ ਆਪਾਂ ਇੱਥੇ ਦੱਸਤਾ ਕੰਟੈਂਟ ਕਿਵੇਂ ਡਿਵਾਈਡ ਕਰੀਏ ਤੁਹਾਡੇ ਅਕੋਰਡਿੰਗ ਕੰਟੈਂਟ ਡਿਵਾਈਡ ਕਰਨਾ what are your options how do you see as any way as an option कि ਆਪਾਂ ਇਹਨੂੰ ਐਸੇ ਤਰੀਕੇ ਡਿਵਾਈਡ ਕਰ ਸਕਦੇ ਹਾਂ सोचो बहुत इजी है वैसे सिंपली दो ही ऑप्शन बन सकते हैं या तो ईयर वाइज डिवाइड करो या कैटेगरी वाइज केड़ा बेटर लग रहा है कैटेगरी वाइज या ईयर वाइज कोई आंसर नहीं बिल्कुल ब्लैंक आपका ਅੱਗੇ ਵਧਦੇ ਹਾਂ ਇੱਕ ਚ ਕਰ ਦਾਂਗੇ ਸਰ ਤੇ ਦੋ ਇੱਕ ਚ ਸਰ ਹਾਂਜੀ ਕੈਟਾਗਰੀ ਵਾਈਜ਼ ਕਰ ਸਕਦੇ ਹਾਂ ਬੜਾ ਈਜ਼ੀ ਹੋ ਜਾਊਗਾ ਆਪਾਂ ਸਭ ਤੋਂ ਪਹਿਲਾਂ ਹੁਣ ਸਭ ਤੋਂ ਵੱਡੇ ਵਾਲੇ ਖਰਚੇ ਦੀ ਗੱਲ ਕਰਦੇ ਹਾਂ 1981 ਦੇ ਵਿੱਚ ਟੀਚਰ ਦੀ ਸੈਲਰੀ ਕਿੰਨੀ ਗਈ ਹੈ 40% ਸੋ ਆਪਾਂ ਹੁਣ ਸਕੂਲ ਦਾ ਬਜਟ ਵੀ ਕਹਿ ਸਕਦੇ ਹਾਂ ਟੋਟਲ ਸਕੂਲਸ ਐਕਸਪੈਂਡੀਚਰ ਵੀ ਕਹਿ ਸਕਦੇ ਹਾਂ
ठीक है। 40% ऑफ द स्कूल्स बजट वेंट ऑन टीचर्स सैलरी, ठीक है। उस तो बाद की होया सीगा ओवर द पीरियड की होया 40% किस ते चला गया 50% ते 50 तो वापस 45 थे। अब 15 नो हाफ भी कहा जा सकता है ना, आप लिख सकते आफ्टर 10 years, आफ्टर अ डेकेड, half of the total expenses went on just the salaries given to teachers, and it reduced by 5% in 2001. I लिखा जा सकता है। figure rose to 50% in 1991. ਆਪਾਂ ਇਹਦੀ ਥਾਂ ਤੇ ਆਪਾਂ ਡਿਸਕਸ਼ਨ ਵਾਲੇ ਕੀ ਕੀਤਾ ਹੈ, this figure rose to half of total expenses after a decade, ठीक है। फिर कॉमा पाके but fell by 5% in 2001. सो ਤਿੰਨੇ ਸਾਲ ਦੀ ਆਪਾਂ ਇੱਕ ਕੈਟਾਗਰੀ ਦੀ ਗੱਲ ਖਤਮ ਕਰ ਚੁੱਕੇ ਹੈਗੇ, ठीक है। उस तो बाद नेक्स्ट स्टेप कर रहे हैं अदर वर्कर्स दे वेजेस दे, ठीक है। दैट मींस ਆਪਾਂ ਟੋਟਲ ਸੈਲਰੀਜ਼ ਦੀ ਗੱਲ ਕਰ ਰਹੇ, ਪਹਿਲਾਂ ਟੀਚਰ ਦੀ ਸੈਲਰੀ ਆ ਗਈ, ਹੁਣ ਬਾਕੀ ਦੀ ਗੱਲ ਕਰ ਦਾਂਗੇ। ਇਹਨਾਂ ਦੀ ਸੈਲਰੀ ਪਹਿਲਾਂ ਕਿੰਨੀ ਜਾ ਰਹੀ ਸੀਗੀ 28% 1981 ਦੇ ਵਿੱਚ, ਉਦੋਂ ਬਾਅਦ ਸਿੱਧਾ ਆਪਾਂ ਗੱਲ ਕਰ ਰਹੇ ਹਾਂ 2001 ਦੀ, ਵਿੱਚ ਆਲਰੇਡੀ ਈਅਰ ਨੂੰ ਸਕਿਪ ਕਰਤਾ, ਕਰ ਵੀ ਸਕਦੇ ਹੋ। ਫਰਸਟ ਐਂਡ ਲਾਸਟ ਬਹੁਤ ਇੰਪੋਰਟੈਂਟ ਹੁੰਦੇ, ਉਹਨੂੰ ਨਹੀਂ ਸਕਿਪ ਕਰਨਾ। ਮਿਡਲ ਵਾਲਾ ਸਕਿਪ ਕਰ ਸਕਦੇ ਹੋ, ਉਹ ਵੀ ਕਾਦੇ ਲਈ, ਆਪਦੇ ਕੰਟੈਂਟ ਨੂੰ ਪ੍ਰੀਸਾਈਜ਼ ਬਣਾਉਣ ਦੇ ਲਈ, 150 ਵਰਡ ਦੇ ਵਿੱਚ ਫਿਟ ਕਰਨ ਦੇ ਲਈ। सो आप क्या लिख रहे हैं, the proportion of spending on other workers wages, other workers salaries decreased steadily. That means कोई बहुत ही ज्यादा बड़ा डिक्रीज नहीं आया, 28% सी 15 ते आ गई, ठीक है। steadily over the period, steadily word ਦਾ ਇੱਥੇ basically रीजन आ भी बनता है कि ਇਹਨੂੰ 30 साल लगे, sorry 20 years लगे, ठीक है, not 30, 20 years लगे। ਆਪਾਂ decade wise नहीं dividation की, पहले 10 साल बाद, उस बाद 20 साल बाद, ओवर द पीरियड दे विच डिक्रीज आया, सो प्रोबेबली आए हौली हौली आया होगा, इकोदम नहीं डिग गया, ठीक है। फ्रॉम 28% ऑफ द बजट इन 1981 टू ओनली 15% इन 2001, ठीक है। 15% होया 2001 दे विच। उस 28% नो होर की लिखा जा सकता सीगा, कुछ आ रहा है दिमाग दे, जस्ट अबव व्हाट, जस्ट अबव है समथिंग, जस्ट अबव कीदा, बोलो बोलो की हो सकता है। 28% नो आप फ्रैक्शन च चेंज करना है, जो 50% नो हाफ कहता है 28% नो जस्ट अबव की हो सकता है सर, क्वार्टर, जस्ट अबव क्वार्टर, 1/4, ठीक है, वो लिख सकते हैं। इथे आप दो कैटेगरीज पूरी करती, 3 कैटेगरीज रही है, उससे आया ने 3 कैटेगरीज केड़ी है, फर्नीचर इक्विपमेंट, रिसोर्स बुक्स ते इंश्योरेंस, ठीक है। फर्नीचर इक्विपमेंट ते रिसोर्स बुक्स दे लई सिंपली किवें लिख सकते हो, 30% of expenditure in 1981 went on resources and furniture equipments, comma in equal proportions। 30% total सी, दो कैटेगरीज दे विच equal proportions क्या, that means 30-30 हो गया, ठीक है। उस तो बाद आप की कह देंगे it is your choice completely कि 1991 ਨੂੰ ਦੱਸਣਾ ਹੈਗਾ ਜਾਂ ਫਿਰ ਸਿੱਧਾ मूव कर जाना हैगा 2001 ਤੇ मूव भी कर सकते हो। दसना चाहते तो किवें दसांगे, आपां किवें दसांगे कि 1991 ਦੇ ਵਿੱਚ ਕੀ ਹੋਇਆ कि ਜਿਹੜਾ रिसोर्सेस ਦੇ ਉੱਤੇ ਖਰਚਾ ਹੋ ਰਿਹਾ ਸੀਗਾ, that increased by 5%, whereas the expenditure on furniture and equipment dwindled, decreased by 10%, ठीक है। and in the next year उदू बाद की होया 9% ਤੇ 23% ਤੇ कंटेंट थोड़ा लंबा बन रहा है, छोटा करना पड़ेगा। इंश्योरेंस 2%, 3%, 8%, 2 ਤੇ 3% कोई खास बड़ा चेंज नहीं हैगा, बट 8% ਤੇ चला गया तो चेंज हैगा, ठीक है। 3 टाइम्स 4 टाइम्स ਤੇ चला गया, 3 टाइम्स तो ज्यादा कह सकते हो, बट उस तो बेटर के 4 टाइम्स कह लो, बिल्कुल एग्जैक्ट लग रहा है। 2 into 4 is equal to 8, that rose to 4 times, that rose by 3 times। अगर by आया 3 गुना तो वध गया, 2 + 3 गुना कितना बनया, 2 + 6 = 8, वध के किथे चला गया, rose to 4 times, that means 2 into 4 is equal to 8 ਤੇ। expenditure on insurance stood at only 2% of total in 1981। total expend ਜਿਹੜਾ ਖਰਚਾ expenditure ਤੇ ਹੋਇਆ ਕਿੰਨਾ ਸੀ, 2% ਸੀਗਾ, but reached 8% in 2001। ਕੌਮਾ ਤੋਂ ਬਾਅਦ ਵਾਲੀ ਗੱਲ ਨੂੰ ਹੋਰ ਕਿਵੇਂ ਲਿਖ ਸਕਦੇ ਆ, but reached to 4 times, 4 folds in 2001। But finally the percentage for the percentages, एक तो याद रखियो percentages है,
परसेंटेज नहीं लिखा फॉर रिसोर्सेज एंड फर्नीचर इक्विपमेंट अपने ਇੱਥੇ ਦੋ ਐਂਡ ਲੱਗ ਕੇ ਕਨਫਿਊਜ਼ਨ ਨਾ ਹੋਵੇ ਉਹਦੇ ਲਈ ਕੀ ਕੀਤਾ ਫਰਨੀਚਰ ਤੇ ਇਕਵਿਪਮੈਂਟ ਦੇ ਵਿੱਚ ਹਾਈਫਨ ਲਗਾਤਾ ਠੀਕ ਹੈ ਇੱਕ ਸਲੈਸ਼ ਲਗਾਤਾ ਤਾਂ ਕਿ ਆਪਾਂ ਆਈ ਨਾ ਲਿਖੇ ਰਿਸੋਰਸਸ ਐਂਡ ਫਰਨੀਚਰ ਐਂਡ ਇਕਵਿਪਮੈਂਟ ਠੀਕ ਹੈ ਫਿਰ ਦੋ ਐਂਡ ਲੱਗ ਜਾਂਦੇ ਪਤਾ ਨਹੀਂ ਲੱਗਦਾ ਫਰਨੀਚਰ ਰਿਸੋਰਸਸ ਦੇ ਨਾਲ ਜੁੜ ਰਿਹਾ ਕਿ ਇਕਵਿਪਮੈਂਟ ਨਾਲ ਜੁੜ ਰਿਹਾ ਇਸ ਕਰਕੇ ਐਂਡ ਨੂੰ ਇੰਟਰੋਡਿਊਸ ਕਿੱਥੇ ਕੀਤਾ ਜਿੱਥੇ ਦੋ ਕੈਟਾਗਰੀਜ਼ ਅਲੱਗ-ਅਲੱਗ ਹੋ ਰਹੀਆਂ ਸੀਗੀਆਂ ਤੇ ਜਿੱਥੇ ਕਨਫਿਊਜ਼ਨ ਦੀ ਗੱਲ ਹੋ ਸਕਦੀ ਸੀ ਉੱਥੇ ਐਂਡ ਨੂੰ ਖਤਮ ਕਰਕੇ ਇੱਕ ਸਲੈਸ਼ ਲਗਾਤਾ ਆਪਾਂ ਇੱਥੇ ਕਹ ਰਹੇ ਫਲਕਚੁਏਟ ਹੋਈ ਹੈ ਆਪਾਂ ਡਿਸਕਸ਼ਨ ਵੇਲੇ ਵੀ ਦੇਖਿਆ ਕਿ ਫਲਕਚੁਏਟ ਹੋਈ ਹੈ ਠੀਕ ਹੈ ਇੱਧਰ ਦੋ ਸੀਗੀਆਂ ਕੋਈ ਕੁੱਤੇ ਚਲੀ ਗਈ ਸੀ ਉਸਦੀ ਥੱਲੇ ਆ ਗਈ ਸੀ ਉਹਦੇ ਬਾਅਦ ਜਮਾ ਆਪੋਜ਼ਿਟ ਟ੍ਰੈਂਡ ਹੋ ਗਿਆ ਸੀ the figures first ਤੇ ਲਾਸਟ ਈਅਰ ਦੀ ਕਿਵੇਂ ਲਿਖ ਰਹੇ ਹੈਗੇ the figure for resources was highest in 1991 ਠੀਕ ਹੈ ਰਿਸੋਰਸਸ ਦਾ ਆਪਾਂ ਫਰਸਟ ਈਅਰ ਨੂੰ ਛੱਡ ਕੇ ਕਹਿ ਰਹੇ ਮੈਕਸਿਮਮ ਕਦੋਂ ਸੀਗੀ ਜਿਹੜੀ 20% ਸੀਗੀ ਆਪਾਂ ਡਿਸਕਸ ਕੀਤਾ ਨਾ ਕਿ 15 ਤੋਂ ਕਿੱਥੇ ਚਲੀ ਗਈ 20 ਤੇ ਚਲੀ ਗਈ ਸੀਗੀ ਉਹ 20% ਸੀ 1991 ਦੇ ਵਿੱਚ ਤੇ ਪ੍ਰੋਪੋਰਸ਼ਨਲ ਸਪੈਂਡਿੰਗ ਔਨ ਫਰਨੀਚਰ ਐਂਡ ਇਕਵਿਪਮੈਂਟ ਪੀਕਡ ਐਟ in 2001 at 23% that means ਦੋਨੋਂ ਕੈਟਾਗਰੀਜ਼ ਦਾ ਮੈਕਸਿਮਮ ਐਕਸਪੈਂਡੀਚਰ ਜਿਹੜੇ ਸਾਲ ਚ ਰਿਹਾ ਹੈਗਾ ਉਹਨੂੰ ਆਪਾਂ ਦੱਸ ਰਹੇ ਹਾਂ ਪਰ ਥੋੜੀ ਜਿਹੀ ਕਲੈਰਿਟੀ ਆਪਾਂ ਜਦੋਂ ਆਪਾਂ ਇਹਨੂੰ ਐਗਜ਼ਾਮ ਦੇ ਵਿੱਚ ਲਿਖਣਾ ਹੋਊਗਾ ਥੋੜੀ ਜਿਹੀ ਜ਼ਿਆਦਾ ਕਲੈਰਿਟੀ ਲੈ ਕੇ ਚੱਲਿਓ ਟੇਕ ਦ ਫਰਸਟ ਐਂਡ ਲਾਸਟ ਈਅਰ ਠੀਕ ਹੈ ਵੈਲਿਊਜ਼ ਕਿਹੜੀ ਲੈ ਕੇ ਚੱਲਿਓ ਫਰਸਟ ਈਅਰ ਤੇ ਲਾਸਟ ਈਅਰ ਦੀ ਲੈ ਕੇ ਚੱਲਿਓ ਬਹੁਤ ਜ਼ਰੂਰੀ ਹੁੰਦਾ ਹੈਗਾ ਕਿ ਫਰਸਟ ਤੇ ਲਾਸਟ ਨੂੰ ਦੱਸਿਆ ਜਾਵੇ ਠੀਕ ਹੈ ਚਾਹੇ ਅਗਰ ਹੁਣ ਲਾਸਟ ਦੇ ਵਿੱਚ ਪੀਕ ਬੰਦੀ ਹੀ ਸਿਰਫ ਫਰਨੀਚਰ ਐਂਡ ਇਕਵਿਪਮੈਂਟ ਦੀ ਉੱਤੇ ਸਪੈਸ਼ਲੀ ਦੱਸ ਦਾਂਗੇ and it peaked in 2001 at 23%. It's just below a quarter of total expenses. Okay, but first year भी 10 नहीं अपने लिए ज़्यादा better. So now you have some time to read the task.